Hello students, in this video we are going to discuss the pending portion of Prolog language. As you know, Prolog is a logic based language. In this we give the instructions or give the artificial intelligence to the machines. Like other procedural language, Prolog has different data types. Here we are going to discuss elementary data type in Prolog. First is integer. Integer and float, these two data types represent the numeric data in Prolog. The variable have integer data type is used to store integer whole numbers. And ਇਹਦੇ ਵਿੱਚ ਜੋ ਡਾਟਾ ਇੰਟੀਜ਼ਰ ਸਟੋਰ ਹੋਏਗਾ ਗਲੋਬਲ ਸਟੈਕ ਦੇ ਵਿੱਚ ਸਟੋਰ ਹੋਏਗਾ। ਸਟੈਕ ਆਪਣਾ ਟੈਂਪਰੇਰੀ ਸਟੋਰੇਜ ਹੁੰਦਾ ਜਿਹਦੇ ਵਿੱਚ ਆਪਾਂ ਲਾਸਟ ਇਨ ਫਸਟ ਆਊਟ ਆਰਡਰ ਦੇ ਨਾਲ ਆਪਾਂ ਡਾਟਾ ਨੂੰ ਸਟੋਰ ਕਰਵਾਉਂਦੇ ਹਾਂ ਤੇ ਉਸੇ ਤਰੀਕੇ ਨਾਲ ਜੋ ਲਾਸਟ ਐਂਟਰ ਹੋਇਆ ਹੁੰਦਾ ਹੈ ਫਸਟ ਉਹਨੂੰ ਆਪਾਂ ਫੈਚ ਕਰਕੇ ਬਾਹਰ ਲੈ ਕੇ ਆਉਂਦੇ ਹਾਂ। ਨੈਕਸਟ ਆਪਣੇ ਕੋਲ ਹੈਗਾ ਫਲੋਟ। ਫਲੋਟ ਰਿਪਰੈਜ਼ੈਂਟ ਕਰਦਾ ਜਿੱਦਾਂ ਸੀ ਦੇ ਵਿੱਚ ਡਬਲ ਡਾਟਾ ਟਾਈਪ ਹੁੰਦੀ ਹੈ ਜਿਹੜੀ ਫਰੈਕਸ਼ਨ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਦੀ ਆ ਤੇ ਇਹਦੇ ਵਿੱਚ ਫਰੈਕਸ਼ਨ ਵੈਲਿਊ ਨੂੰ ਸਟੋਰ ਕਰਨ ਵਾਸਤੇ ਸੇਮ ਫਲੋਟ ਡਾਟਾ ਟਾਈਪ ਆਪਾਂ ਯੂਜ਼ ਕਰਦੇ ਹਾਂ। ਨੈਕਸਟ ਹੈ ਐਟਮਸ। ਐਟਮਸ ਯੂਨੀਕੋਡ ਕਰੈਕਟਰਸ ਹੁੰਦੇ। ਯੂਨੀਕੋਡ ਦਾ ਮਤਲਬ ਕੀ ਹੁੰਦਾ ਹੈ ਜੋ ਯੂਨੀਵਰਸਲ ਅਸੈਸਿਬਲ ਕੋਡ ਹੁੰਦਾ ਹੈ। ਲਾਈਕ ਜਦੋਂ ਆਪਾਂ ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਕਰਦੇ ਹਾਂ ਤਾਂ ਹਰ ਲੈਂਗੁਏਜ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ ਜਾ ਕੇ ਰਨ ਹੁੰਦੀ ਆ ਤਾਂ ਯੂਨੀਕੋਡ ਹਰ ਪਲੇਟਫਾਰਮ ਉਸ ਕੋਡ ਨੂੰ ਅਸੈਪਟ ਕਰਦਾ ਹੁੰਦਾ ਤਾਂ ਮੋਸਟਲੀ ਜਿਹੜੇ ਆਪਾਂ ਰਾਈਟ ਕਰਦੇ ਹਾਂ ਕੋਡ ਜਨਰੇਟ ਕਰਦੇ ਹਾਂ ਉਹ ਯੂਨੀਕੋਡ ਅਸੈਪਟੇਬਲ ਹੋਣੇ ਚਾਹੀਦੇ ਹੈ ਤਾਂ ਕਿ ਜੋ ਜਿਸ ਤਰ੍ਹਾਂ ਦੀ ਮਸ਼ੀਨ ਹੋਏਗੀ ਯੂਨੀਕੋਡ ਉਹਨੂੰ ਆਪਣੇ ਅਸੈਪਟੇਬਲ ਫਾਰਮ ਦੇ ਵਿੱਚ ਕਨਵਰਟ ਕਰ ਲਏਗਾ ਤੇ ਇਹਦੀ ਕੋਈ ਲੈਂਥ ਲਿਮਿਟ ਨਹੀਂ ਹੁੰਦੀ। ਐਟਮਸ ਵਿੱਚ ਤੁਸੀਂ ਸਟੋਰ ਕਰਵਾ ਸਕਦੇ ਹੋ 0 to 9 ਡਿਜਿਟ ਆਲ ਸਪੈਸ਼ਲ ਸਿੰਬਲਸ ਤੇ ਸਾਰੇ ਦੇ ਸਾਰੇ ਕਰੈਕਟਰ ਤੁਸੀਂ ਯੂਜ਼ ਕਰ ਸਕਦੇ ਹੋ। ਨੈਕਸਟ ਹੈ ਸਟ੍ਰਿੰਗਸ। ਸਟ੍ਰਿੰਗ ਕੀ ਹੈਗਾ ਇਹਨਾਂ ਐਟੋਮਿਕ ਵੈਲਿਊਜ਼ ਦੇ ਸੀਕੁਐਂਸ ਨੂੰ ਆਪਾਂ ਕੀ ਬੋਲਦੇ ਹਾਂ ਸਟ੍ਰਿੰਗ ਬੋਲਦੇ ਹਾਂ। ਕਈ ਸਾਰੇ ਕਰੈਕਟਰ ਮਿਲ ਕੇ ਜੋ ਬਣਾਉਂਦੇ ਹੈਗੇ ਆ ਆਪਣਾ ਉਹਨੂੰ ਸਟ੍ਰਿੰਗ ਬੋਲਦੇ। ਲਾਈਕ ਅਦਰ ਲੈਂਗੁਏਜ ਵਿੱਚ ਸਟ੍ਰਿੰਗ ਇਜ਼ ਅ ਕਲੈਕਸ਼ਨ ਆਫ ਕਰੈਕਟਰਸ ਇੱਥੇ ਵੀ ਸਟ੍ਰਿੰਗ ਇਜ਼ ਅ ਕਲੈਕਸ਼ਨ ਆਫ ਕਰੈਕਟਰ ਡਿਫਰੈਂਟ ਯੂਨੀਕੋਡ ਦੇ ਕਲੈਕਸ਼ਨ ਨੂੰ ਆਪਾਂ ਬੋਲਦੇ ਹਾਂ। ਲਿਸਟ ਕੀ ਹੈ ਲਿਸਟ ਇੱਕ ਤਰ੍ਹਾਂ ਦਾ ਸਟਰਕਚਰ ਹੁੰਦਾ ਜਿਵੇਂ ਸਟਰਕਚਰ ਦੇ ਵਿੱਚ ਆਪਾਂ ਅਲੱਗ-ਅਲੱਗ ਟਾਈਪ ਦੀਆਂ ਵੈਲਿਊ ਸਟੋਰ ਕਰਵਾਉਣੇ ਆ ਸੇਮ ਐਜ਼ ਇਟ ਇਜ਼ ਆਪਾਂ ਪ੍ਰੋਲੋਗ ਲੈਂਗੁਏਜ ਦੇ ਵਿੱਚ ਲਿਸਟ ਯੂਜ਼ ਕਰਦੇ ਹਾਂ। ਲਿਸਟ ਕਈ ਸਾਰੇ ਆਰਗੂਮੈਂਟ ਦਾ ਕਲੈਕਸ਼ਨ ਹੁੰਦੀ ਹੈ ਤੇ ਇਹਦੇ ਦੋ ਐਂਡ ਹੁੰਦੇ ਆ ਹੈਡ ਐਂਡ ਟੇਲ ਜੋ ਆਪਾਂ ਲੇਟਰ ਔਨ ਡਿਸਕਸ ਕਰਾਂਗੇ। ਨਿਲ ਰਿਪਰੈਜ਼ੈਂਟ ਕਰਦਾ ਕਿਸੇ ਵੀ ਐਮਪਟੀ ਲਿਸਟ ਨੂੰ। ਇਹ ਹੈਗੀ ਆਪਣੀ ਐਲੀਮੈਂਟਰੀ ਡਾਟਾ ਟਾਈਪਸ ਪ੍ਰੋਲੋਗ ਦੇ ਵਿੱਚ ਯੂਜ਼ ਹੋਣ ਵਾਲੀਆਂ। ਨੈਕਸਟ ਹੈ ਕੰਪਾਊਂਡ ਆਬਜੈਕਟਸ ਇਨ ਪ੍ਰੋਲੋਗ। ਕੰਪਾਊਂਡ ਆਬਜੈਕਟ ਕੀ ਹੁੰਦਾ ਹੈ ਜਿੱਦਾਂ ਅਦਰ ਲੈਂਗੁਏਜ ਦੇ ਵਿੱਚ ਆਪਾਂ ਫੰਕਸ਼ਨ ਯੂਜ਼ ਕਰਦੇ ਹਾਂ। ਫੰਕਸ਼ਨ ਇੱਕ ਸਪੈਸੀਫਿਕ ਟਾਸਕ ਨੂੰ ਪਰਫਾਰਮ ਕਰਦੇ ਆ ਸੇਮ ਇਹਦੇ ਵਿੱਚ ਕੰਪਾਊਂਡ ਡਾਟਾ ਆਬਜੈਕਟ ਆਪਾਂ ਯੂਜ਼ ਕਰਦੇ ਹਾਂ ਜਿਹੜੇ ਇੱਕ ਸਪੈਸੀਫਿਕ ਕੰਪੂਟੇਸ਼ਨ ਨੂੰ ਪਰਫਾਰਮ ਕਰਦੇ ਆ। ਫੋਰ ਐਗਜ਼ਾਮਪਲ ਆਪਾਂ ਇੱਥੇ ਲੈ ਕੇ ਚੱਲਦੇ ਹਾਂ ਫੰਕਸ਼ਨ ਦੇ ਵਿੱਚ ਇਹਦੇ ਵਿੱਚ ਐਟਮਸ ਹੁੰਦੇ ਹੈਗੇ ਆ ਤੁਸੀਂ ਇਹਦੇ ਵਿੱਚ ਕਿਸੇ ਵੀ ਡਿਸਕ੍ਰਿਪਸ਼ਨ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ। ਫੋਰ ਐਗਜ਼ਾਮਪਲ ਇਹਦੇ ਵਿੱਚ ਫੰਕਸ਼ਨ ਨੂੰ ਫੰਟਰਸ ਬੋਲਿਆ ਗਿਆ ਹੈ। ਫੰਟਰਸ ਦੇ ਵਿੱਚ ਜਿਹੜੇ ਪਾਸ ਕੀਤੇ ਜਾਂਦੇ ਆ ਆਰਗੂਮੈਂਟ ਜਿੱਦਾਂ ਆਪਾਂ ਫੰਕਸ਼ਨ ਦੇ ਵਿੱਚ ਅਦਰ ਲੈਂਗੁਏਜ ਦੇ ਵਿੱਚ ਆਰਗੂਮੈਂਟ ਪਾਸ ਕਰਦੇ ਹਾਂ ਇਹਦੇ ਵਿੱਚ ਫੰਟਰ ਯੂਜ਼ ਕਰਦੇ ਹਾਂ ਪ੍ਰਲੋਗ ਦੇ ਵਿੱਚ ਤੇ ਫੰਟਰ ਦੇ ਵਿੱਚ ਆਰਗੂਮੈਂਟ ਦੀ ਲਿਸਟ ਪਾਸ ਕੀਤੀ ਜਾਂਦੀ ਹੈ ਤੇ ਆਰਗੂਮੈਂਟ ਕੀ ਹੁੰਦੇ ਆ ਐਟਮਸ ਹੁੰਦੇ ਨੇ। ਹੁਣ ਇੱਥੇ ਆਪਾਂ ਜਿੱਦਾਂ ਲਿਖਿਆ ਕਿ ਲਾਮਾ ਲਾਈਕਸ ਐਪਲ ਤਾਂ ਇਹ ਰਿਪਰੈਜ਼ੈਂਟ ਕੀਤਾ ਗਿਆ ਹੈ ਅੱਗੇ ਐਮੀ ਲਾਈਕਸ ਐਕਸ। ਐਕਸ ਤੁਹਾਡਾ ਇੱਥੇ ਵੇਰੀਏਬਲ ਹੈ ਇਹ ਤੁਹਾਡੀ ਵੈਲਿਊ ਹੈ ਐਟੋਮਿਕ ਵੈਲਿਊ ਹੈ। ਐਕਸ ਤੁਹਾਡਾ ਵੇਰੀਏਬਲ ਹੈ ਕਿਉਂਕਿ ਆਪਾਂ ਵੇਰੀਏਬਲ ਨੂੰ ਹਮੇਸ਼ਾ ਕੈਪੀਟਲ ਲੈਟਰ ਦੇ ਵਿੱਚ ਫਸਟ ਕਰੈਕਟਰ ਸ਼ੁੱਡ ਬੀ ਅ ਕੈਪੀਟਲ ਇਨ ਪ੍ਰੋਲੋਗ ਲੈਂਗੁਏਜ ਅਗਰ ਆਪਾਂ ਵੇਰੀਏਬਲ ਡਿਕਲੇਅਰ ਕਰਦੇ ਹਾਂ। ਅਗਰ ਵੇਰੀਏਬਲ ਨਹੀਂ ਹੈ ਤਾਂ ਉਹ ਕੀ ਹੈ ਇੱਕ ਐਟੋਮਿਕ ਵੈਲਿਊ ਹੈ ਉਹਦਾ ਫਸਟ ਕਰੈਕਟਰ ਅਗਰ ਕੈਪੀਟਲ ਨਹੀਂ ਹੈ ਦੈਨ ਉਹ ਇੱਕ ਐਟੋਮਿਕ ਵੈਲਿਊ ਹੈ। ਇਹ ਹੈਗਾ ਕੰਪਾਊਂਡ ਡਾਟਾ ਆਬਜੈਕਟ। ਕੰਪਾਊਂਡ ਡਾਟਾ ਆਬਜੈਕਟ ਦੇ ਵਿੱਚ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਜਿਹੜੀ ਆਪਣੀ ਨੌਲੇਜ ਹੈ ਜਿਵੇਂ ਆਪਾਂ ਲਾਮਾ ਇਜ਼ ਲਾਈਕ ਐਪਲਸ। ਲਾਮਾ ਲਾਈਕਸ ਐਪਲ ਨੂੰ ਅਗਰ ਆਪਾਂ ਲਿਖਣਾ ਹੋਵੇ ਤਾਂ ਆਪਾਂ ਇਹਦੀ ਪ੍ਰੀਡਿਕੇਟ ਲੌਜਿਕ ਇਸ ਤਰੀਕੇ ਦੇ ਨਾਲ ਇਹਨੂੰ ਲਿਖਾਂਗੇ। ਇਹ ਹੈਗਾ ਪ੍ਰੋਲੋਗ ਦੇ ਵਿੱਚ ਕੰਪਾਊਂਡ ਆਬਜੈਕਟ। ਕੰਟਰੋਲ ਫਲੋ ਇੱਕ ਪ੍ਰੋਲੋਗ ਪ੍ਰੋਗਰਾਮ ਦਾ ਕੀ ਹੁੰਦਾ ਲਾਈਕ ਅਦਰ ਲੈਂਗੁਏਜ ਇਹਦੇ ਵਿੱਚ ਵੀ ਸੀਕੁਐਂਸ਼ੀਅਲ ਫਲੋ ਦੇ ਵਿੱਚ ਜਿਹੜਾ ਤੁਹਾਡਾ ਹੈਗਾ ਡਾਟਾ ਰਨ ਹੁੰਦਾ ਹੈ।
ਇਹਦੇ ਵਿੱਚ ਜਿਹੜੀ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਹੁੰਦੀ ਹੈ ਇੱਕ ਸਿੰਗਲ ਪੋਸਟ, ਮਤਲਬ ਵੀ ਜਦੋਂ ਯੂਜ਼ਰ ਨੇ ਪਹਿਲੀ ਕਿਊਰੀ ਪੋਸਟ ਕੀਤੀ ਹੈ ਉਹ ਕਿਊਰੀ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਤੇ ਪ੍ਰੋਗਰਾਮ ਸਿਕੁਐਂਸ਼ਲੀ ਰਨ ਹੁੰਦਾ ਹੈ। ਲੌਜੀਕਲੀ ਪ੍ਰੋਲੋਗ ਇੰਜਨ, ਜਦੋਂ ਹੀ ਆਪਾਂ ਕਿਸੇ ਵੀ ਕਿਊਰੀ ਦੀ ਐਂਟਰੀ ਕਰਦੇ ਹਾਂ, ਯੂਜ਼ਰ ਕਿਸੇ ਵੀ ਕਿਊਰੀ ਦੀ ਐਂਟਰੀ ਕਰਦਾ ਹੈ ਤਾਂ ਉਹਦੇ ਨਾਲ ਰਿਲੇਟਡ ਉਹਦੇ ਸੋਲਿਊਸ਼ਨ ਫਾਈਂਡ ਆਊਟ ਕਰਨ ਦੀ ਪ੍ਰੋਲੋਗ ਲੌਜਿਕ ਕੋਸ਼ਿਸ਼ ਕਰਦਾ, ਪ੍ਰੋਲੋਗ ਇੰਜਨ ਉਹਦੀ ਟਰਾਈ ਕਰਦਾ ਹੈ। ਪ੍ਰੋਲੋਗ ਜਿਹੜਾ ਇਹ ਟੈਕਨੋਲੋਜੀ ਯੂਜ਼ ਕਰਦਾ ਇਹਨੂੰ SLD ਰੈਜ਼ੋਲੂਸ਼ਨ ਬੋਲਿਆ ਜਾਂਦਾ ਹੈ। ਇੱਥੇ ਆਪਾਂ ਇੱਕ ਐਗਜ਼ਾਮਪਲ ਲੈਤੇ ਹਾਂ। ਐਗਜ਼ਾਮਪਲ ਦੇ ਵਿੱਚ ਕੀ ਹੈਗਾ, ਟਰੂਡ ਤੇ ਸ਼ੈਲੀ, ਮਦਰ ਆਫ ਚਾਈਲਡ। ਨੈਕਸਟ ਹੈ ਫਾਦਰ ਆਫ ਚਾਈਲਡ, ਟੌਮ। यानी शैली इत्थे की है, शैली इज द नेम ऑफ चाइल्ड एंड ट्रूड इज द नेम ऑफ हर मदर। शैली इत्थे चाइल्ड है ते टॉम इज हिज फादर। फादर ते चाइल्ड है, यानी जिहड़ा टॉम है एरिका दा भी फादर है। फादर ऑफ चाइल्ड, टॉम दा जिहड़ा फादर है दैट इज माइक। हुण इहदा मतलब एक्स ते वाई दो सबलिंग्स ने, एक्स ते वाई की वैल्यू आप फाइंड आउट करनी है, वो दो की है सबलिंग्स ने, सबलिंग सेम पेरेंट्स के चाइल्ड। हुण अगर Z आप ट्रूड नूं रिप्रेजेंट करिए Z नाल, ट्रूड इज द फादर पेरेंट ऑफ X, X इज अ शैली। Z इज द पेरेंट ऑफ Y, Y इत्थे की हैगा एरिका ते दा नाम की हैगा टॉम। हुण अगर आप ये दो स्टेटमेंट नूं लै लईए ਤਾਂ ਇੱਥੇ ਜਿਹੜਾ Z ਹੈ, Z ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਟੌਮ ਨੂੰ। ਟੌਮ ਦੀ ਜਗ੍ਹਾ ਤੇ ਆਪਾਂ Z ਲਿਖਿਆ, ਸ਼ੈਲੀ ਦੀ ਜਗ੍ਹਾ ਤੇ X ਲਿਖਿਆ, ਐਰਿਕਾ ਦੀ ਜਗ੍ਹਾ ਤੇ ਲਿਖਿਆ Y। ਇਹਦਾ ਮਤਲਬ X ਤੇ Y ਦੀ ਜਿਹੜੀ ਵੈਲਿਊ ਇਹਨਾਂ ਦੋਨਾਂ ਸਟੇਟਮੈਂਟ ਚੋਂ ਕੀ ਆਏਗੀ, X ਦੀ ਵੈਲਿਊ ਸ਼ੈਲੀ ਆਏਗੀ ਤੇ Y ਦੀ ਵੈਲਿਊ ਕੀ ਆਏਗੀ, ਐਰਿਕਾ ਆਪਣੇ ਕੋਲੇ ਆਊਟਪੁੱਟ ਆਏਗੀ। ਹੁਣ ਅਗਰ ਆਪਾਂ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਹਾਂ ਤਾਂ ਆਪਣਾ ਜਿਹੜਾ ਹੈਗਾ ਰਿਜ਼ਲਟ ਰਿਪਰੈਜ਼ੈਂਟ ਹੋਏਗਾ। अगर आप क्यूरी लिखांगे, क्यूरी आप इस तरीके लैके लिखांगे, पहला क्यूरी के जो भी आप क्यूरी परफॉर्म करनी है यूजर ने क्वेश्चन मार्क का साइन लाना है, फिर उस तो बाद हाइफन, हाइफन तो बाद जिस भी रिजल्ट तुसी लेना चाहते हो, मतलब आप रिजल्ट लेना चाहते हैं कि सबलिंग्स कौन कौन ने, सबलिंग्स X, Y। तो X की जगह ते वैल्यू आएगी शैली ते Y की वैल्यू की आएगी एरिका। तो हुण अगर आप शैली ते एरिका इत्थे हुण आप क्यूरी पुट कर रहे हैं कि शैली ते एरिका की दोनों सबलिंग्स ने, आउटपुट आवे यस और नो। यस इट इज़ ट्रू बिकॉज जी अपने को स्टेटमेंट्स है ये अपने को फैक्ट्स है। इन्हां फैक्ट्स के बेस के उत्ते जदों ही यूजर ने अपनी सिंगल क्यूरी पोस्ट की, नाल दी नाल जो स्टेटमेंट्स अपने को स्टोर होंदियां है कंप्यूटर दे विचों नॉलेज स्टोर होंदी है वो इंटरप्रेट होना शुरू हो जाती है ते उहदे विचों बेस्ट सोल्यूशन निकल के बाहर आउंदा है। ओह जिहड़ा हैगा सोल्यूशन SLD रेजोल्यूशन के बेस ते अपने को रिजल्ट अपीयर होंदा है। रिजल्ट अपने को आ यस और नो दे विच कोई एटॉमिक वैल्यू भी आ सकती है, किसी वेरीएबल की वैल्यू भी पूछी जा सकती है। अगे आप एग्जाम्पल होर भी करांगे। जिद्दां आपां अदर लैंगुएज दे विच लूप्स एंड रिकर्जन यूज़ करते सी, सेम एज इट इज़ आपां प्रोलोग लैंगुएज दे विच भी लूप्स ते रिकर्जन आइटरेटिव स्टेटमेंट्स यूज़ कर सकते हैं। इहदियां जो आइटरेटिव स्टेटमेंट्स ने चार है, कट है, इफ देन एल्स, नगेशन, नगेशन नूं फेल स्टेटमेंट भी बोलते हैं। नैक्सट है आइटरेटिव जिहदे विच आपां रिकर्जन यूज़ करते हैं। फेल एंड नगेशन सेम है। हुण इहदे विचों पहली स्टेटमेंट आपां करते हैं कट। जिहड़ा हैगा प्रोलोग लैंगुएज की बेस्ट फीचर है ऑटोमैटिक बैक ट्रैकिंग। जो भी आपां प्रोलोग लैंगुएज दे विच नॉलेज स्टोर करते हैं, कंप्यूटर के डाटाबेस नॉलेज स्टोर करते हैं, किसी मशीन दे विच नॉलेज स्टोर करते हैं, तो नॉलेज सीक्वेंशियल ऑर्डर दे विच स्टोर होंदी है ते उसे ऑर्डर दे विच ही वो रन होंदी है। जिथे किते तुहाडे कोले कट दा ऑपरेटर आ गया, कट दा ऑपरेटर किहड़ा है, प्रेडिकेट लॉजिक ही हैगा इहदा साइन ऑफ एक्सक्लेमेशन, जिन्होंने आप कट भी बोलते हैं। साइन ऑफ एक्सक्लेमेशन जिथे भी आ गया ਇਹਦਾ मतलब की हैगा कि हुण बैक ट्रैकिंग शुरू होगी। हुण मान लो कि आप स्टेटमेंट्स वन बाय वन रन करते हैं, जिथे ही साइन ऑफ एक्सक्लेमेशन यानी कट आ जाएगा तो तुसी बैक ट्रैकिंग पिछलियां स्टेटमेंट्स तो रिजल्ट प्रोड्यूस करने शुरू कर देने, उस तो अगलियां स्टेटमेंट्स नहीं रन करते। देयर इज एन इनबिल्ट प्रोलोग
प्रीडिकेट है दैट इज साइन ऑफ एक्सक्लेमेशन जिन्हों आपां की बोलते हैं, जिन्हों आपां कट भी बोलते हैं। विच ऑफर्ड अ मोर डायरैक्ट वे टू एक्सरसाइजिंग कंट्रोल ओवर द वे प्रोलोग लुक्स फॉर सोल्यूशन। अगर प्रोलोग लैंग्वेज ਦੇ ਵਿੱਚ ਤੁਸੀਂ ਕੋਈ क्यूरी परफॉर्म की है तो ਉਹਦੇ ਅੱਗੇ रिजल्ट्स नहीं आ रहे तो बैक ट्रैकिंग शुरू हो जाएगी जिथे साइन ऑफ एक्सटर्मिनेशन आ जाएगा, प्रीवियस वैल्यूज रन होनियां शुरू हो जानियां, अगली स्टेटमेंट्स नहीं रन होंदियां। जिद्दां आपां ब्रेक ला दिंदे हां, ब्रेक स्टेटमेंट यूज करते तो नैक्सट स्टेटमेंट्स रन नहीं होंदियां। सेम एज इट इज प्रोलोग दे विच आपां कट स्टेटमेंट ला दिंदे हां। इत्थे अपने कोले आपां एक एग्जांपल लैके चलदे जितों अपना ज़्यादा क्लीयर हो जाना है। कट स्टेटमेंट दे विच आपां एक एग्जांपल लैके चलने, आपां प्रीडिकेट लॉजिक लिखिया है कि ऑल एक्स बिलोंग्स टू ए, all x belongs to b, all x belongs to अपने कोल तीन प्रीडिकेट लॉजिक हैगे, ये तिन्नां दी आपां इत्थे वैल्यू पुट कीती है। आपां a दी वैल्यू फर्स्ट टाइम दित्ती 1, जदों भी प्रीडिकेट लॉजिक लिखना है तां हमेशा लास्ट दे उत्ते फुल स्टॉप आना जरूरी है। इसदा मतलब है कि पहला लॉजिक अपना इत्थे स्टॉप हो गया है, एक कंपाउंड स्टेटमेंट इनू बोलिया जाता है। उस तो बाद आपां ए दी विच जिहड़ा x दी वैल्यू 1 पुट कीती, b दे विच x दी वैल्यू 1 पुट कीती, C दी वैल्यू 1 पुट कीती, B दी वैल्यू 2, फिर C दी 2, फिर D दी वैल्यू 2, E दी वैल्यू 2 एंड F दी वैल्यू 3। ਇਹਦਾ मतलब x ਦੀ ਜਗ੍ਹਾ ਤੇ ਆਪਾਂ 1 2 एंड 3, 1 2 एंड 3 ਇਹ ਤਿੰਨ वेरिएबल पुट कीते। हुण ਜਦੋਂ ਆਪਾਂ ਇਸ क्यूरी ਨੂੰ परफॉर्म करांगे, ਆਪਾਂ क्यूरी परफॉर्म कीती कि रिप्रेजेंट करो ऑल x, इत्थे आउटपुट की रिप्रेजेंट होएगी, आउटपुट प्रेजेंट होएगी अपने कोले कि ऑल x बिलोंग्स टू 1 2 एंड 3। हुण सेम स्टेटमेंट नूं आपां प्रीडिकेट लॉजिक कट दे नाल रन करके देखांगे। ਇਹਦੇ ਵਿੱਚ सैकेंड क्लॉज तो बाद आपां पुट कर दिता है, इंपोज कर दिता है कट अपना जिहड़ा हैगा लॉजिक। कट प्रीडिकेट लॉजिक जो आपां यूज किया, दैन ये स्टेटमेंट दे विच इस स्टेटमेंट दे विच ए ते बी दी वैल्यू, बी ते सी दी वैल्यू जो फर्स्ट होएगी, फर्स्ट वैल्यू बी ते सी दी की है 1, सिर्फ यही वैल्यू प्रिंट होएगी। इस तो बाद वालियां जिहड़ियां नवीं वैल्यूज ने वो प्रिंट नहीं होणियां, जिहड़ियां फर्स्ट वैल्यूज उन्होंने मिलनियां दैन वही वैल्यू प्रिंट होएगी। इस तो बाद ये स्टेटमेंट्स रन नहीं होणगे, एंड तक नहीं चलेगा। फर्स्ट वैल्यू जिथे कट आ जाएगा, जे इन्हां वेरिएबल्स नूं वैल्यू मिल चुकी है दैन रन हो जाएगा। हुण डी वेरिएबल हले तक कोई वैल्यू नहीं मिली सी, तो इहदे विच जे आपां प्रिंट कराउंदे डी तो बाद लाउंदे तां अपने इत्थों तक रिजल्ट x दी वैल्यू 1 एंड 2 प्रिंट होंदी। अगर ई तो बाद लाउंदे तो x की वैल्यू 1 2 प्रिंट होंदी। ठीक है जी, तो जिस स्टेटमेंट तो बाद आप प्रीडिकेट लॉजिक ला देंगे, प्रीडिकेट लॉजिक यानी कट ला देंगे, उत्थों बैक ट्रैकिंग स्टार्ट हो जूगी, उदों नैक्सट नहीं मूव करेगा। नैक्सट अपने कोले जिहड़ा हैगा अपना कंट्रोल स्टेटमेंट आउंदी है, वो आउंदी है इफ दैन एल्स। इफ दैन एल्स दे विच की हुंदा हैगा कि अगर अपने कोले तीन स्टेटमेंट है, पहली हैगी आ कि कंडीशन अगर ट्रू है दैन बी रन होएगा, अगर कंडीशन फॉल्स है तो किहड़ा रन होएगा, सी रन होएगा। हुण आपां एक सिंपल जिहा प्रोग्राम लैंदे हां कि दो वेरिएबल दे विचों मैक्सिमम फाइंड आउट करना है। हुण इहदे विच प्रोलोग दे विच इस नूं आपां किद्दां बोलांगे कि ट्राई करो ए इज़ आवर कंडीशन, अगर कंडीशन ट्रू है, अगर यू कैन प्रूव इट, अगर वो ट्रू आ जाती है, प्रूव इट का मतलब अगर वो ट्रू आ जाती है दैन गो टू प्रूव बी, दैन की प्रूव करांगे आपां कि बी इज करेक्ट एंड दैन इग्नोर सी, सी स्टेटमेंट को आपां इग्नोर कर देंगे। अगर ए दी आउटपुट फेल हो जाती है, मतलब वो प्रूव नहीं होंदी, फॉल्स आ जाती है, दैन गो ऑन वाई, इत्थे सॉरी गो ऑन सी ते इग्नोर किनू कर दो, बी नू, सॉरी इनू कर दो, सी नू आपां प्रूव करांगे ते इग्नोर किनू कर दांगे, डी नू। हुण इत्थे आपां की लैता, आपां एक मैक्सिमम फाइंड आउट करना दो वेरिएबल दे विचों, अगर x दी वैल्यू y दी वैल्यू तो छोटी है दैन इट इंप्लाइज दा की है कि y दे विच सॉरी x दे विच की स्टोर हो जाए, y दी वैल्यू। अगर x दी वैल्यू छोटी है जब बराबर है y तो दैन मतलब केड़ी वैल्यू वड्डी है, y दी वैल्यू वड्डी हो, z च मैक्सिमम वैल्यू स्टोर हो जाएगी। अदरवाइज की होएगा,
x ਦੀ ਵੈਲਿਊ ਸਟੋਰ ਹੋ ਜਾਏਗੀ। ਇਸ ਤਰੀਕੇ ਦੇ ਨਾਲ ਆਪਾਂ ਇਫ ਐਲ ਸਟੇਟਮੈਂਟ ਯੂਜ਼ ਕਰਦੇ, ਜਿਵੇਂ ਆਪਾਂ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਤੇ ਆਪਾਂ ਲਾ ਦਿੰਦੇ ਹੁੰਦੇ ਸੀ ਸਾਈਨ ਆਫ ਕੁਐਸਚਨ ਮਾਰਕ ਐਂਡ ਦੈਨ ਕੋਲਨ। ਸੇਮ ਐਜ਼ ਇਟ ਇਜ਼ ਆਪਾਂ ਇੱਥੇ ਯੂਜ਼ ਕਰਾਂਗੇ ਤੁਹਾਡਾ implies ਦਾ ਸਾਈਨ ਕਿ if condition is true it implies first statement run, our condition is false then second statement run। ਇਹ ਹੈਗਾ ਆਪਣਾ if then else in prologue। ਨੈਕਸਟ ਹੈ negation। negation as a failure। ਆਪਾਂ predicate fail ਵੀ ਇਹਨੂੰ ਆਪਾਂ ਲਿਖ ਸਕਦੇ ਹਾਂ, ਇਹਦੇ ਨਾਮ ਤੇ ਸੁਜੈਸਟ ਹੈ ਕਿ immediately ਤੁਹਾਡਾ ਜਿਹੜਾ ਹੈਗਾ ਆਊਟਪੁੱਟ ਹੈਗੀ ਹੈ ਜਿਹੜੀ ਕੀ ਹੋ ਜਾਂਦੀ ਫੇਲ ਹੋ ਜਾਂਦੀ ਹੈ ਜਦੋਂ ਹੀ ਤੁਹਾਡਾ predicate fail encounter ਹੋ ਜਾਂਦਾ ਹੈ। when prologue fail it tries backtrack, then ਕੀ ਹੋਏਗਾ backtrack ਹੋ ਜਾਏਗਾ, ਇੱਥੇ ਤੁਹਾਡਾ stop ਹੋ ਜਾਏਗਾ। thus fail can be viewed as an instruction to force backtracking। ਇਹਦੇ ਵਿੱਚ ਕੀ ਹੋਏਗਾ ਕਿ ਜਿੱਥੇ ਵੀ ਤੁਹਾਡੀ ਕੀ ਆ ਜਾਏਗੀ fail encounter ਹੋਏਗਾ then backtracking ਆਏਗੀ। अगर तुसी ओदे विच फेल ते कट दोने इकट्ठे यूज कीते है, विच ब्लॉक backtracking fail enable us to write some interesting program। ਇਹਦੇ ਵਿੱਚ ਕੀ ਹੈਗਾ ਕਿ अगर कट पहला रन हो गया तो कट सिर्फ किस तक होएगा प्रीवियस वैल्यू प्रिंट कराएगा। अगर फेल एनकाउंटर हो गया तो नेक्स्ट वैल्यूज भी प्रिंट होनी। फॉर एग्जाम्पल आप इत्थे एक छोटा जिहा एग्जाम्पल लेता है, ਇਹਦੇ ਵਿੱਚ ਹੈ कि ਆਪਾਂ एक विंसेंट इंजॉय एक्स ਇਹ ਆਪਣਾ ਕੀ ਹੈਗਾ प्रीडिकेट लॉजिक है। ਇਹਦੇ ਵਿੱਚ ਕੀ ਹੈਗਾ कि अगर x बिलोंग टू बिग कोहाना बर्गर, अगर ये स्टेटमेंट की हो जाएगी कट हो जाएगी दैन की प्रिंट हो जाए फेल, यानी ये स्टेटमेंट नगेशन दे विच जा रही है, अपोजिट प्रिंट होएगा कि अगर x की वैल्यू बिग खुआना बर्गर होएगी, x बिलोंग टू बिग खुआना बर्गर, दैन की होएगा आउटपुट अपनी रॉन्ग आएगी, नगेशन आएगी। विंसेंट इंजॉय x इज अ बर्गर। हुण x की बर्गर की कैटेगरी अपने कोले 1 2 एंड 3 कैटेगरी है। बिग मैक ए रिप्रजेंट कर रहा है, बी रिप्रजेंट कर रहा है बिग खुआना बर्गर नूं, सी रिप्रजेंट कर रहा है बिग मैक टाइप के बर्गर नूं। रॉपर हैगा जिहड़ा हैगा डी टाइप का जिहड़ा हैगा वेरीएबल डी रिप्रजेंट कर रहा है इसनूं। हुण जिहड़े फर्स्ट 2 लाइन्स डिस्क्राइब दी प्रेफरेंस, जिहड़ियां पहलियां 2 लाइन्स ने ओदी विंसेंट दी प्रेफरेंस नूं शो कर रही हैं। प्रेफरेंस मतलब विंसेंट लाइक करदा है एक्स नूं ते एक्स बिलोंग टू बर्गर, ते एक्स अगर किस टाइप के बर्गर नूं बिग खुआना बर्गर नूं बिलोंग करता है दैन नगेशन आएगा, अदरवाइज बाकी सारे वास्ते यस है। हुण इहदा मतलब ए बी सी ते डी 4 कैटेगरी दे अपने कोले बर्गर हैं। अगर पहली आपां क्यूरी अपनी लिखी क्वेश्चन मार्क, अपनी क्यूरी है इंजॉय विंसेंट ए, आउटपुट आएगी यस, क्योंकि ए किस नूं रिप्रजेंट कर रहा है बिग मैक टाइप के बर्गर नूं। विंसेंट इंजॉय बी, एदी आउटपुट की आएगी रॉन्ग आएगी, नो आएगी, क्योंकि बी जिहड़ा बर्गर है बी बर्गर बिग खुआना बर्गर नूं रिप्रजेंट करदा ते बिग खुआना बर्गर ते अपनी जिहड़ी नगेशन आ रही है। नगेशन मतलब इत्थे आउटपुट अपनी की आऊगी अपोजिट वर्क करेगी, आउटपुट अपनी की आएगी कि विंसेंट उस बर्गर नूं इंजॉय नहीं कर रहा। नैक्सट अपनी क्यूरी हैगी है कि इंजॉय विंसेंट सी, यस, क्योंकि सी किस नूं रिप्रजेंट कर रहे सी बिग मैक बर्गर नूं, ते बिग मैक बर्गर दे उत्ते अपने कोले कोई भी नगेशन नहीं लग्या होया। उस तो बाद इंजॉय डी अपना हैगा रोपर बर्गर नूं भी ओह इंजॉय करेगा, क्योंकि इत्थे भी कोई नगेशन प्रॉपर्टी नहीं लगी हुई। नगेशन सिर्फ कादे लगी है बिग खुआना बी कैटेगरी के बर्गर ते। इत्थे हुण अपने कोल की आ गया कि जिथे तुहाडे कोले कट साइन आ गया तो आप कट साइन के उत्ते वो आउटपुट प्रेजेंट हो जानी सी, बट इत्थे कट साइन के नाल फेल ऑपरेशन भी आया। फेल ऑपरेशन हमेशा की करता है हिट करेगा ते उस ब्लॉक नूं की करेगा अपोजिट फोर्सफुली उन्होंने स्टॉप कर देगा ते क्यूरी इत्थे की हो जाएगी फेल हो जाएगी, आउटपुट की आएगी अपनी इत्थे 9 आएगी। नैक्सट है अर्थमैटिक ऑपरेशन इन प्रोलोग।
ਜਿੱਦਾਂ ਆਪਾਂ ਅਦਰ ਲੈਂਗੁਏਜ ਦੇ ਵਿੱਚ ਅਰਥਮੈਟਿਕ ਆਪਰੇਸ਼ਨ ਯੂਜ਼ ਕਰਦੇ ਆ, ਪ੍ਰੋਲੋਗ ਦੇ ਵਿੱਚ ਵੀ ਆਪਾਂ ਯੂਜ਼ ਕਰਾਂਗੇ। ਅਰਥਮੈਟਿਕ ਆਪਰੇਸ਼ਨ ਆਪਣੇ ਨਿਊਮਰਿਕ ਡਾਟਾ ਦੇ ਉੱਤੇ ਪਰਫਾਰਮ ਹੁੰਦੇ ਹੈ। ਅਰਥਮੈਟਿਕ ਆਪਰੇਸ਼ਨ ਲਾਈਕ ਸਬਟਰੈਕਸ਼ਨ, ਐਡੀਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ ਸਾਰੇ ਦੇ ਸਾਰੇ ਇੱਥੇ ਸੇਮ ਪਰਫਾਰਮ ਹੋਣਗੇ। ਹੁਣ ਇੱਥੇ ਜਦੋਂ ਆਪਾਂ ਕਿਊਰੀ ਲਿਖਾਂਗੇ, ਆਪਾਂ ਕਿਊਰੀ ਹਮੇਸ਼ਾ ਕੁਐਸਚਨ ਮਾਰਕ ਤੋਂ ਸ਼ੁਰੂ ਕਰਨੀ ਹੈ। ਕੁਐਸਚਨ ਮਾਰਕ ਤੋਂ ਬਾਅਦ ਹਾਈਫਨ, ਹਾਈਫਨ ਤੋਂ ਬਾਅਦ ਆਪਣੀ ਕਿਊਰੀ ਇਜ਼ 2 + 1, 2 + 1 2 ਆਪਣੇ ਕੋਲੇ ਦੋ ਅਟੋਮਿਕ ਵੈਲਿਊ ਹੈ। ਇਹਨਾਂ ਦੇ ਵਿੱਚ ਜਿਹੜਾ ਆਪਰੇਸ਼ਨ ਹੈ ਦੈਟ ਅਰਥਮੈਟਿਕ ਆਪਰੇਸ਼ਨ ਪਲੱਸ ਦਾ ਹੈ, ਯਾਨੀ x ਇਜ਼ 3। x ਦੀ ਵੈਲਿਊ ਇੱਥੇ ਆਊਟਪੁੱਟ ਕੀ ਆਊਗੀ ਆਪਣੀ ਯੈਸ, ਕਿਉਂਕਿ ਇਸ ਦਾ ਆਪਣੇ ਕੋਲੇ ਕਿਊਰੀ ਦੇ ਵਿੱਚ x ਦੀ ਵੈਲਿਊ ਕੀ ਲਿਖੀ ਹੋਈ ਹੈ, ਆਪਣੇ ਜਿਹੜਾ ਪ੍ਰੈਡੀਕੇਟ ਲੌਜਿਕ ਲਿਖਿਆ ਉਹਦੇ ਵਿੱਚ ਕੀ ਹੈ ਕਿ x ਦੀ ਵੈਲਿਊ 2 ਤੇ 1 ਦਾ ਐਡੀਸ਼ਨ ਹੈ। ਹੁਣ ਇੱਥੋਂ ਤੁਹਾਡਾ ਆਊਟਪੁੱਟ ਜਨਰੇਟ ਹੁੰਦਾ। ਫॉर एग्जांपल ਆਪਣਾ ਲਿਖਣਾ ਹੈ, ਆਪਾਂ ਲਿਖਣਾ ਹੈ 6 + 2 = 8, ਤਾਂ 8 is the value of 6 + 2। अगर 6 × 2 = 12 लिखना है तो आप प्रोलोग ਦੇ ਵਿੱਚ ਲਿਖਾਂਗੇ 12 is the value of 6 × 2। ਹੁਣ ਇੱਥੇ ਫॉर एग्जांपल ਇੱਥੇ ਤੁਹਾਡੇ ਕੋਲੇ ਆਪਾਂ ਵੈਲਿਊ ਆਪਣੇ ਕੋਲੇ ਕਿਊਰੀ ਆਪਾਂ ਪਰਫਾਰਮ ਕਰ ਰਹੇ ਹਾਂ। ਕਿਊਰੀ ਕੀ ਹੈ ਕਿ ਕੁਐਸਚਨ ਮਾਰਕ ਇਜ਼ ਆਰ ਕਿਊਰੀ, ਇਸ ਤੋਂ ਬਾਅਦ ਹਾਈਫਨ ਦਾ ਸਾਈਨ, ਵੇਰੀਏਬਲ ਦਾ ਨਾਮ ਹੈ x, x is 6 + 2, 6 + 2 ਨੂੰ ਕੀ ਕਰਾਂਗੇ ਜੋੜ ਦਾਂਗੇ, ਵੈਲਿਊ ਕਿੰਨੀ ਆ ਗਈ 8, ਇੱਥੇ ਆਪਣੇ ਕੋਲੇ 8 ਦੀ ਸੌਰੀ x ਦੀ ਵੈਲਿਊ ਕਿੰਨੀ ਪ੍ਰਿੰਟ ਹੋਗੀ 8 ਪ੍ਰਿੰਟ ਹੋ ਜਾਏਗੀ। ਆਪਰੇਟਰ ਪ੍ਰੈਜ਼ੀਡੈਂਸ, ਆਪਰੇਟਰ ਪ੍ਰੈਜ਼ੀਡੈਂਸ ਕੀ ਹੈਗਾ, ਜਿੱਦਾਂ ਅਦਰ ਲੈਂਗੁਏਜ ਦੇ ਵਿੱਚ ਹੁੰਦਾ ਹੈਗਾ ਕਿ ਹਾਇਰ ਪ੍ਰੈਜ਼ੀਡੈਂਸ ਇੱਥੇ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਨੂੰ ਹੈ, ਉਸ ਤੋਂ ਬਾਅਦ ਪਲੱਸ ਤੇ ਮਾਈਨਸ ਨੂੰ ਲੋਅਰ ਪ੍ਰੈਜ਼ੀਡੈਂਸ ਹੈ। ਇਹਦਾ ਮਤਲਬ ਜੇ ਤੁਹਾਡੇ ਕੋਲੇ ਦੋ ਆਪਰੇਟਰ ਯਾਨੀ ਪਹਿਲਾ ਪਲੱਸ ਦਾ ਹੈ ਉਸ ਤੋਂ ਬਾਅਦ ਦੇ ਵਿੱਚ ਮਲਟੀਪਲਾਈ ਦਾ, ਤਾਂ ਮਲਟੀਪਲਾਈ ਦਾ ਆਪਰੇਸ਼ਨ ਆਪਾਂ ਪਹਿਲਾਂ ਸੋਲਵ ਕਰਾਂਗੇ। ਤਾਂ ਇਸ ਐਕਸਪ੍ਰੈਸ਼ਨ ਨੂੰ ਆਪਾਂ ਲਿਖਾਂਗੇ ਕਿ b ਤੇ c ਨੂੰ ਪਹਿਲਾਂ ਸੋਲਵ ਕਰਨਾ ਹੈ, ਕਿਉਂਕਿ ਇਹਨਾਂ ਦੇ ਵਿੱਚ ਕਿਹੜਾ ਆਪਰੇਟਰ ਹੈ ਮਲਟੀਪਲਾਈ ਦਾ ਆਪਰੇਟਰ ਹੈ। ਉਸ ਤੋਂ ਬਾਅਦ ਜਿਹੜਾ ਰਿਜ਼ਲਟ ਆਏਗਾ ਫਿਰ ਉਹਨੂੰ ਸੀਕੁਐਂਸ ਦੇ ਵਿੱਚ a ਚੋਂ ਮਾਈਨਸ ਕਰਨਾ ਹੈ ਤੇ ਫਿਰ d ਦੇ ਨਾਲ ਜੋੜ ਦੇਣਾ ਹੈ, ਕਿਉਂਕਿ ਅਗਰ ਪਲੱਸ ਤੇ ਮਾਈਨਸ ਸੇਮ ਪ੍ਰੈਜ਼ੀਡੈਂਸ ਦੇ ਇਕੱਠੇ ਆ ਰਹੇ ਨੇ ਤੇ ਅਪਲਾਈਡ ਕਿੱਦਾਂ ਹੋਣਗੇ ਲੈਫਟ ਟੂ ਰਾਈਟ, ਜਿੱਦਾਂ ਅਪੀਅਰ ਹੋਏ ਨੇ ਉਸ ਤਰੀਕੇ ਨਾਲ ਇਹ ਅਪਲਾਈਡ ਹੋਣਗੇ। ਮੈਚਿੰਗ ਐਂਡ ਯੂਨੀਫਿਕੇਸ਼ਨ ਕੀ ਹੈ ਕਿ ਦੋ ਟਰਮਸ ਆਪਸ ਦੇ ਵਿੱਚ ਮੈਚ ਹੁੰਦੀਆਂ ਨੇ, ਆਪਸ ਦੇ ਵਿੱਚ ਇਕੁਅਲ ਹੈ ਕਿ ਨਹੀਂ ਹੈ, ਇਹਨੂੰ ਆਪਾਂ फाइंड आउट करना हैगा। फॉर एग्जांपल अपने को इतने दो एग्जांपल है, एग्जांपल नाल ज़्यादा क्लीयर हो जाना। x + y = 2 + 3, इट मीन कि x की वैल्यू 2 पुट कर दी है तो y की वैल्यू कितनी पुट कर दी है 3 पुट कर दी है, तो दोनों स्टेटमेंट्स अपनी की आ जानियां सेम आ जानियां। फॉर एग्जांपल अपने कोले इहदी आउटपुट x ते y की की वैल्यू आएगी, x की जगह ते पुट कर दी है 2 तो y की जगह ते पुट कर दी है 3, तो यह आउटपुट अपनी की आ जाएगी सेम आ जाएगी। ਇਹਦਾ मतलब यूनीफिकेशन प्रूव हो जाएगी। यूनीफिकेशन आप पिछले वीडियो के विच बहुत अच्छी तरह कर चुके हैं, तो एक्सप्रैशन ज़्यादा क्लीयर हो जाएगी। नैक्सट है प्रोलोग की कंपूटेशन किद्दां हुंदी है। प्रोलोग जिद्दां मैं ऑलरेडी दस चुकी हैं कि जिद्दां तुसी नॉलेज सेव करोगे डेप्थ फर्स्ट सर्च दे नाल, डेप्थ फर्स्ट सर्च दे नाल तुहाडा जिहड़ा है कंपूटेशन परफॉर्म होएगी। परस्यूज अ गोल टिल द एंड, सारियां स्टेटमेंट्स जो तुसी स्टोर कीतियां होईयां ने उपरों लैके नीचों तक सारियां दियां सारियां रन होणियां जिन्ना चिर तुसी अपने गोल तक नहीं पहुंचदे। ਇਹਦੇ 'ਚ ਤੁਸੀਂ ਆਪਰੇਟਰ ਯੂਜ਼ ਕਰ ਸਕਦੇ ਹੋ, ਕੰਡੀਸ਼ਨਲ ਐਂਡ ਲਾ ਸਕਦੇ ਹੋ, ਫਾਲਸੀਫਾਈ ਇਫ ਐਨੀ ਗੋਲ ਪ੍ਰੀਵੈਂਟ ਸੈਟੀਸਫਾਈ ਔਰ ਫਰਦਰ ਕਲੌਜ਼। ਇਹਦਾ ਮਤਲਬ ਕੀ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਵੀ ਫਾਲਸ ਹੋ ਜਾਂਦਾ ਹੈ ਦੈਨ ਆਊਟਪੁੱਟ ਫਾਲਸ ਹੋਏਗੀ, ਔਰ ਦਾ ਮਤਲਬ ਜੇ ਦੋਨਾਂ ਦੇ ਵਿੱਚੋਂ ਇੱਕ ਵੀ ਸੈਟਿਸਫੈਕਟਰੀ ਹੋ ਜਾਂਦਾ ਹੈ ਦੈਨ ਆਪਣੀ ਜਿਹੜੀ ਹੈਗੀ ਆਊਟਪੁੱਟ ਇਵੈਲੂਏਟ ਹੋਏਗੀ, ਟਰੂ ਹੋਏਗੀ। ਫॉर एग्जांपल ਆਪਣੇ ਕੋਲੇ ਇੱਥੇ ਹੈਗਾ ਕੰਟਰੋਲ ਫਲੋ ਟੋਪ ਡਾਊਨ ਦੇ, ਇੱਥੇ ਆਪਾਂ ABC 3 पहली स्टेटमेंट दे आप ABC है, नैक्सट स्टेटमेंट दे DEFG है, तो इफ प्रोलोग कैन नॉट सैटिस्फाई A तो कंट्रोल विल बी ऑटोमैटिकली फॉल थ्रू टू 2। अगर पहला अपना फॉल्स है तो उत्थे किथे जाएगा, सैकेंड स्टेटमेंट ते चलिया जाएगा कि टॉप तो बॉटम ते
ਜਾਂਦਾ ਹੈ ਆਪਣੀ ਜੋ ਸੀਕੁਐਂਸ ਹੈ ਜਿਸ ਤਰ੍ਹਾਂ ਰਨ ਹੁੰਦੀ ਹੈਗੀ ਹੈ ਡੈਪਥ ਫਸਟ ਦੇ ਨਾਲ। ਹੁਣ ਡੈਪਥ ਫਸਟ ਟਰੈਵਰਸਿੰਗ ਦਾ ਬੈਨੀਫਿਟ ਕੀ ਹੈ, ਇਹਦੇ ਨਾਲ ਮੈਮਰੀ ਬਹੁਤ ਘੱਟ ਯੂਜ਼ ਹੁੰਦੀ ਹੈ, ਮੈਮਰੀ ਪ੍ਰੋਪਰ ਆਪਣੀ ਜਿਹੜੀ ਹੈਗੀ ਵੇਸਟ ਘੱਟ ਹੁੰਦੀ ਹੈ। ਇਹਦੇ ਵਿੱਚ ਡਿਸਐਡਵਾਂਟੇਜ ਕੀ ਹੈ, ਇਹਦੇ ਵਿੱਚ ਕੀ ਹੈ ਪ੍ਰੋਲੋਗ ਮੇ ਡਿਸੈਂਡ ਡਾਊਨ ਐਨ ਐਂਡਲੈਸ ਬ੍ਰਾਂਚ, ਜਿਹਨੂੰ ਆਪਾਂ ਬਲੈਕ ਹੋਲਸ ਵੀ ਬੋਲਦੇ ਹਾਂ, ਕਿਉਂਕਿ ਜਿਹੜੀ ਇਨਫੋਰਮੇਸ਼ਨ ਆ ਬਹੁਤ ਹਿਊਜ ਹੁੰਦੀ ਹੈ ਤੇ ਉਹ ਜਿਸ ਤਰ੍ਹਾਂ ਅੰਦਰ ਉਹਨੂੰ ਸਰਚ ਕਰਦੀ ਜਾਏਗੀ ਤਾਂ ਉਹ ਇੱਕ ਐਂਡਲੈਸ ਲੂਪ ਤੇ ਵੀ ਜਾ ਸਕਦੀ ਹੈ। ਟੌਪ ਡਾਊਨ ਤੇ ਬਾਟਮ ਅਪਰੋਚ ਕੀ ਹੁੰਦੀ ਹੈ, ਟੌਪ ਡਾਊਨ ਦੇ ਵਿੱਚ ਕੀ ਹੈਗਾ ਕਿ ਆਪਾਂ ਉੱਪਰੋਂ ਸਟਾਰਟ ਕਰਦੇ ਹਾਂ ਤੇ ਜਿੰਨਾ ਚਿਰ ਆਪਾਂ ਲਾਸਟ ਤੇ ਨਹੀਂ ਆਪਣੇ ਗੋਲ ਤੇ ਅਚੀਵ ਨਹੀਂ ਹੋ ਕਰਦੇ ਤਦ ਤੱਕ ਆਪਾਂ ਉਹਨੂੰ ਕੰਪੇਅਰ ਕਰਦੇ ਜਾਂਦੇ ਸਾਰੀ ਇਨਫੋਰਮੇਸ਼ਨ ਨੂੰ। ਤੇ ਬਾਟਮ ਅਪ ਦੇ ਵਿੱਚ ਕੀ ਆਪਾਂ ਹਾਈਪੋਥੇਸਿਸ ਤੋਂ ਸ਼ੁਰੂ ਕਰਦੇ ਹਾਂ, ਜੋ ਆਪਾਂ ਸੋਚਿਆ ਹੁੰਦਾ ਉਹ ਤੋਂ ਸ਼ੁਰੂ ਕਰਦੇ ਹਾਂ ਤੇ ਆਪਾਂ ਗੋਲ ਤੇ ਜਾਂਦੇ ਹਾਂ। ਇੱਥੇ ਗੋਲ ਤੋਂ ਸ਼ੁਰੂ ਕਰਦੇ ਆ ਤੇ ਜੋ ਕੁਝ ਆਪਾਂ ਸੋਚਿਆ ਹੁੰਦਾ ਉਹਦਾ ਰਿਜ਼ਲਟ ਪ੍ਰੋਡਿਊਸ ਕਰਕੇ ਲੈ ਕੇ ਆਉਣੇ ਆ। ਇੱਥੇ ਜੋ ਸੋਚਿਆ ਹੁੰਦਾ ਉੱਥੋਂ ਸ਼ੁਰੂ ਕਰਦੇ ਆ ਤੇ ਫਿਰ ਉਸ ਦੇ ਅਕੋਰਡਿੰਗ ਹੀ ਆਪਾਂ ਗੋਲ ਫਾਈਂਡ ਆਊਟ ਕਰਦੇ ਆ ਕਿ ਆਪਾਂ ਉਹਨੂੰ ਅਚੀਵ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਇਨਪੁਟ ਆਊਟਪੁੱਟ ਸਟੇਟਮੈਂਟ ਕਿਹੜੀਆਂ ਹੁੰਦੀਆਂ ਪ੍ਰੋਲੋਗ ਦੇ ਵਿੱਚ, ਜਿੱਦਾਂ ਆਪਾਂ ਪ੍ਰਿੰਟਫ ਐਂਡ ਸਕੈਨਫ ਸਟੇਟਮੈਂਟ ਯੂਜ਼ ਕਰਦੇ ਹਾਂ ਸੀ ਲੈਂਗੁਏਜ ਦੇ ਵਿੱਚ, ਸੀ ਇਨ ਸੀ ਆਊਟ ਸਟ੍ਰੀਮ ਯੂਜ਼ ਕਰਦੇ ਹਾਂ C++ ਦੇ ਵਿੱਚ, ਉਸੇ ਤਰੀਕੇ ਦੇ ਨਾਲ ਆਪਾਂ ਪ੍ਰੋਲੋਗ ਦੇ ਵਿੱਚ ਵੀ ਇਨਪੁਟ ਤੇ ਆਊਟਪੁੱਟ ਸਟੇਟਮੈਂਟ ਯੂਜ਼ ਕਰਦੇ ਹਾਂ। ਇਨਪੁਟ ਸਟੇਟਮੈਂਟ ਜਿਹੜਾ ਹੈਗਾ ਅਗਰ ਆਪਾਂ ਆਊਟਪੁੱਟ ਡਿਸਪਲੇ ਕਰਨਾ ਤਾਂ ਆਪਾਂ ਰਾਈਟ ਟਰਮ ਯੂਜ਼ ਕਰਦੇ ਹਾਂ, ਅਗਰ ਇਨਪੁਟ ਕਰਾਉਣਾ ਤਾਂ ਆਪਾਂ ਰੀਡ ਟਰਮ ਯੂਜ਼ ਕਰਦੇ ਹਾਂ। ਜਿਹੜਾ ਹੈਗਾ ਆਊਟਪੁੱਟ ਸਟ੍ਰੀਮ ਜਿਹੜੀ ਯੂਜ਼ ਕਰਨੀ ਹੈ, ਇਹਦੇ ਵਿੱਚ ਅਗਰ ਤੁਹਾਡੇ ਤੋਂ ਇੱਕ ਤੋਂ ਜ਼ਿਆਦਾ ਨੰਬਰ ਹੈਗੇ ਆ ਦੈਨ ਤੁਸੀਂ ਵੇਰੀਏਬਲ ਦੇ ਵਿੱਚ ਯੂਨੀਕਲੀ ਉਹਨੂੰ ਆਇਡੈਂਟੀਫਾਈ ਕਰਨਾ ਹੈ ਤਾਂ ਤੁਸੀਂ ਅੰਡਰਸਕੋਰ ਲਾ ਕੇ ਉਹਦੀ ਲੈਂਥ ਵਧਾ ਸਕਦੇ ਹੋ ਵੇਰੀਏਬਲ ਦੀ। ਸੇਮ ਹੈਗਾ ਤੁਹਾਡੇ ਕੋਲੇ ਰੀਡ ਟਰਮ ਯੂਜ਼ ਕਰਨੀ ਹੈ। ਰੀਡ ਟਰਮ ਦੇ ਵਿੱਚ ਕੀ ਹੈਗਾ ਕਿ ਤੁਸੀਂ ਕੋਈ ਵੀ ਡਾਟਾ ਇਨਪੁਟ ਦਿੱਤਾ ਹੋਇਆ ਹੈ ਉਹਨੂੰ ਤੁਸੀਂ ਰੀਡ ਕਰ ਸਕਦੇ ਹੋ। ਸੀ ਨਾਲ ਆਪਾਂ ਪ੍ਰੀਡਿਕੇਟ ਸੀ ਯੂਜ਼ ਕਰਦੇ ਹਾਂ ਫਾਈਲ ਨੂੰ ਓਪਨ ਕਰਨ ਵਾਸਤੇ, ਕਲੋਜ਼ ਕਰਨ ਦੇ ਵਾਸਤੇ ਸੀਨ ਤੋਂ ਬਾਅਦ ਆਪਾਂ ਫਾਈਲ ਨੂੰ ਕਲੋਜ਼ ਕਰਦੇ ਹਾਂ। ਆਊਟਪੁੱਟ ਕੈਨ ਬੀ ਰੀਡਾਇਰੈਕਟ ਯੂਜ਼ਿੰਗ ਪ੍ਰੀਡਿਕੇਟ ਟੈਲ ਦੇ ਨਾਲ ਕੀ ਕਰ ਸਕਦੇ ਹਾਂ ਆਪਾਂ ਫਾਈਲ ਨੂੰ ਆਊਟਪੁੱਟ ਮੋਡ ਦੇ ਵਿੱਚ ਓਪਨ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਫਾਈਲ ਨੂੰ ਕੀਬੋਰਡ ਤੋਂ ਅਗੇਨ ਐਲ ਦੀ ਪ੍ਰਿੰਟ ਕਰਕੇ ਫਾਈਲ ਨੂੰ ਕੀ ਕਰ ਸਕਦੇ ਹਾਂ ਕਲੋਜ਼ ਕਰ ਸਕਦੇ ਹਾਂ। ਇਨਪੁਟ ਆਊਟਪੁੱਟ ਇਨ ਪ੍ਰੋਲੋਗ ਫॉर ਐਗਜ਼ਾਮਪਲ ਆਪਾਂ ਕੀ ਕਰਨਾ ਹੈ ਕਿ ਜਿਹੜਾ ਹੈ ਕਾਲੇਜਿਕ ਦੀ ਪੋਜੀਸ਼ਨ ਕੀ ਹੈ ਟੀਚਰ, ਜॉय ਦੀ ਪੋਜੀਸ਼ਨ ਕੀ ਹੈ ਡਾਇਰੈਕਟਰ, ਰਾਜ ਦੀ ਪੋਜੀਸ਼ਨ ਕੀ ਹੈ ਮੈਨੇਜਰ ਤੇ ਹਸਨ ਦੀ ਪੋਜੀਸ਼ਨ ਕੀ ਹੈ ਸੁਪਰਵਾਈਜ਼ਰ। ਇਹ ਆਪਣੇ ਜਿਹੜੀ ਹੈਗੀ ਇਨਫੋਰਮੇਸ਼ਨ ਇਹਦੇ ਵਿੱਚ ਸਟੋਰ ਹੈ, ਆਪਣੀ ਜਿਹੜੀ ਪ੍ਰੋਲੋਗ ਦੇ ਵਿੱਚ ਆਪਾਂ ਇਹ ਇਨਫੋਰਮੇਸ਼ਨ ਨੂੰ ਸਟੋਰ ਕਰ ਰੱਖਿਆ। ਹੁਣ ਆਪਾਂ ਕਿਊਰੀ ਪਰਫਾਰਮ ਕਰਨੀ ਹੈ, ਪੋਜੀਸ਼ਨ ਫਾਈਂਡ ਆਊਟ ਕਰਨੀ ਹੈ। ਰਾਈਟ ਕੀ ਕਰਨਾ, ਹੂ ਪੋਜੀਸ਼ਨ ਡੂ ਯੂ ਵਿਸ਼ ਟੂ ਨੋ, ਤਾਂ NL ਫਿਰ ਰੀਡ ਇਨਪੁਟ, ਆਪਾਂ ਇਹਦੇ ਵਿੱਚੋਂ ਕਿਸੇ ਵੀ ਇੱਕ ਦਾ ਨਾਮ ਇਨਪੁਟ ਕਰਵਾਵਾਂਗੇ ਤੇ ਉਹਦੇ ਕੋਰਸਪੋਂਡਿੰਗ ਆਊਟਪੁੱਟ ਜਨਰੇਟ ਕਰਾਂਗੇ। ਪੋਜੀਸ਼ਨ ਕੀ ਹੈ ਇਨਪੁਟ ਆਪਾਂ ਦੇਵਾਂਗੇ, ਆਊਟਪੁੱਟ ਆਪ ਨੂੰ ਸਿਸਟਮ ਮਸ਼ੀਨ ਜਨਰੇਟ ਕਰਕੇ ਦੇਗੀ ਤੇ ਆਪਾਂ ਉਸ ਆਊਟਪੁੱਟ ਨੂੰ ਕਿਵੇਂ ਲਿਖਣਾ ਹੈ, ਦਾ ਪੋਜੀਸ਼ਨ ਆਫ ਜੋ ਵੀ ਬੰਦੇ ਦਾ ਨਾਮ ਦਿੱਤਾ ਹੋਏਗਾ ਇਜ਼ ਲਾਣਾ ਹੈ, ਦੈਨ ਆਊਟਪੁੱਟ ਜਿਹੜਾ ਅੰਦਰੋਂ ਵੇਰੀਏਬਲ ਉਹ ਜੋ ਵੀ ਪੋਜੀਸ਼ਨ ਹੈ ਟੀਚਰ ਹੈ ਡਾਇਰੈਕਟਰ ਹੈ ਮੈਨੇਜਰ ਹੈ ਜੋ ਸੁਪਰਵਾਈਜ਼ਰ ਆਊਟਪੁੱਟ ਜਨਰੇਟ ਹੋਏਗੀ ਤੇ ਉਸ ਤੋਂ ਬਾਅਦ ਫੁੱਲ ਸਟਾਪ ਲਾਉਣਾ ਹੈ। ਤਾਂ ਇਸ ਕਿਊਰੀ ਤੋਂ ਬਾਅਦ ਕੀ ਪਰਫਾਰਮ ਹੋਏਗਾ, ਮੰਨ ਲਓ ਕਿ ਤੁਸੀਂ ਇਨਪੁਟ ਦਿੱਤਾ ਹੈ ਜॉय ਤਾਂ ਤੁਹਾਡੇ ਕੋਲ ਆਊਟਪੁੱਟ ਆਏਗਾ ਜॉय ਇਜ਼ ਡਾਇਰੈਕਟਰ ਫੁੱਲ ਸਟਾਪ। ਤਾਂ ਇਹ ਹੈਗੀ ਆਪਣੀ ਇਨਪੁਟ ਆਊਟਪੁੱਟ ਸਟੇਟਮੈਂਟ ਰੀਡ ਤੇ ਰਾਈਟ। ਰੀਡ ਇਨਪੁਟ ਕਰਨ ਵਾਸਤੇ ਯੂਜ਼ ਕਰਦੇ ਹਾਂ ਤੇ ਰਾਈਟ ਆਪਾਂ ਡਿਸਪਲੇ ਕਰਨ ਵਾਸਤੇ ਕਰਦੇ ਹਾਂ ਆਊਟਪੁੱਟ। ਅਗਰ ਆਪਣਾ ਕੋਈ ਵੀ ਕਰੈਕਟਰ ਐਜ਼ ਇਟ ਇਜ਼ ਪ੍ਰਿੰਟ ਕਰਾਉਣਾ ਹੈ ਤਾਂ ਸਿੰਗਲ ਕੋਟ ਦੇ ਵਿੱਚ ਕਰੈਕਟਰ ਦੇ ਨਾਮ ਲਿਖ ਦਿਓ, ਸਿੰਗਲ ਕੋਟ ਦੇ ਵਿੱਚ ਕਰੈਕਟਰ ਦੇ ਨਾਮ ਲਿਖ ਦਿਓ ਜੋ ਚੀਜ਼ ਤੁਸੀਂ ਐਜ਼ ਇਟ ਇਜ਼ ਸਟ੍ਰਿੰਗ ਪ੍ਰਿੰਟ ਕਰਾਉਣੀ ਹੈ। ਤੇ ਜਿੱਥੇ ਵੈਲਿਊ ਪ੍ਰਿੰਟ ਕਰਾਉਣੀ ਹੈ ਤਾਂ ਜੋ ਵੀ ਵੈਲਿਊ ਦਾ ਵੇਰੀਏਬਲ ਦਾ ਨਾਮ ਹੈ ਤੁਸੀਂ ਉਹ ਲਿਖੋਗੇ। ਵੈਰੀਏਬਲ ਦਾ ਨਾਮ ਆਪਾਂ ਇੱਥੇ ਇਨਪੁਟ ਐਂਡ ਆਊਟਪੁੱਟ ਲੈਤਾ ਹੈ ਉਹ ਪ੍ਰਿੰਟ ਹੋ ਜਾਏਗਾ। ਨੈਕਸਟ ਹੈ ਪ੍ਰੋਲੋਗ ਦੇ ਵਿੱਚ ਲਿਸਟ ਕਿਵੇਂ ਇਵੈਲੂਏਟ ਹੁੰਦੀ ਹੈ। ਲਿਸਟ ਕੀ ਹੈ, ਕਈ ਸਾਰੇ ਐਲੀਮੈਂਟਸ ਦੇ ਸੀਕੁਐਂਸ ਨੂੰ ਆਪਾਂ ਲਿਸਟ ਬੋਲਦੇ ਹਾਂ। ਇਹਦੇ ਵਿੱਚ ਆਪਣੇ ਕੋਲੇ ਦੋ ਐਂਡ ਹੁੰਦੇ ਹੈ, ਪਹਿਲਾ ਐਂਡ ਹੁੰਦਾ ਹੈ ਹੈਡ, ਦੂਜਾ ਐਂਡ ਹੁੰਦਾ ਹੈ ਟੇਲ। ਜਿਹੜੀ ਸਟੈਟਿਕ ਐਲੀਮੈਂਟ ਹੁੰਦਾ ਹੈ ਉਹਨੂੰ ਆਪਾਂ ਹੈਡ ਜਾਨੀ x ਇੱਥੇ ਹੈਡ ਹੈ, y ਆਪਣੇ ਕੋਲ ਹੈਗੀ ਹੈ ਟੇਲ ਹੈ। ਇੱਥੇ ਆਪਾਂ ਦੋ ਐਲੀਮੈਂਟ ਲਾਏ ਆ, ਤੁਸੀਂ ਮਲਟੀਪਲ ਐਲੀਮੈਂਟ ਵੀ ਸਟੋਰ ਕਰਵਾ ਸਕਦੇ ਹੋ। ਹੁਣ ਇੱਥੇ ਆਪਣੇ ਕੋਲੇ ਇੱਕ ਲਿਸਟ ਹੈ, ਲਿਸਟ ਦੇ ਵਿੱਚ ਆਪਣੇ ਕੋਲੇ ਇਹਦੀ ਵੈਲਿਊ ਹੈ ਹੋਂਡਾ, ਮਾਰੂਤੀ, ਰੈਨੋਲਟ।
उस तो बाद ए दी वैल्यू है पेन, बी दी वैल्यू है पेंसिल एंड सी दी वैल्यू है नोटबुक। ਇਹ ਹੈਗੀ ਆਪਣੀ ਨਲ ਲਿਸਟ यानी एम्प्टी लिस्ट। ਹੁਣ ਪੈਟਰਨ ਮੈਚਿੰਗ ਦੇ ਵਿੱਚ ਆਪਣੇ ਕੋਲ ਕੀ ਹੈ ਕਿ ਅਗਰ ए ਲਿਸਟ ਪਹਿਲੀ ਲਿਸਟ ਦੇ ਵਿੱਚ वेरिएबल ए ਤੇ b ਹੈ, दूसरी लिस्ट ਦੇ ਵਿੱਚ एटॉमिक वैल्यू ए ਤੇ b है, दूसरी लिस्ट ਦੇ ਵਿੱਚ ਇੱਕ एटॉमिक ਆਪਣੇ ਕੋਲ एटम्स है ਤੇ दूसरा ਆਪਣੇ ਕੋਲ ਕੀ है वेरिएबल, क्योंकि वेरिएबल हमेशा किहदे नाल रिप्रेजेंट होएगा कैपिटल एक्स दे नाल। पिछली स्लाइड दे विच आपां कर चुके हैं कि जो वेरिएबल डिक्लेयर करना उहदा फर्स्ट करैक्टर की होना चाहिए, कैपिटल लैटर होना चाहिए। तो इत्थे अगर आपां एक्स की वैल्यू जनरेट करनी है तो एक्स की वैल्यू की होएगी बी। अगर आपां इत्थे प्रीडिकेट लैता कि पहले दे विच दो वेरिएबल है तो दूसरे दे विच एक है तो इत्थे अपना प्रिंट होएगा नो, क्योंकि जिन्ने प्रीडिकेट अगर तुसी कंपैरिजन ऑपरेटर लाना है तो जिन्ने एलीमेंट इधर है उन्ने एलीमेंट इधर होने चाहिए, फिर वो कंपैरिजन करेगा, अदरवाइज वो कंपैरिजन नहीं करेगा। हुण तुसी लिस्ट डिनोट कर सकते हो, अल्फाबैट्स की लिस्ट है, इत्थे फ्रूट्स की लिस्ट है, नैक्सट तुहाडी कोल की है एम्प्टी लिस्ट है। तो जदों भी मैच करना शुरू करना है हैड ते टेल, हैड तो शुरू करना है, हैड वेरिएबल अपने कोले ए है तो टेल इत्थे की है बी ते सी। हैड नाल हैड मैच होएगा, टेल नाल टेल मैच होएगी। उस तो बाद बैक ट्रैकिंग की हुंदा है, आपां ऑलरेडी कीता कि जदों आपां कट लांदे आ अपना जिहड़ा है जदों आपां किसी भी क्यूरी नूं परफॉर्म कर रहे हैं, जे क्यूरी नूं परफॉर्म करते करते किते भी अपनी चॉइस मैच नहीं कर रही, दैन आपां जिहड़ा प्रीवियस प्लेस हुंदा है उह तों डिसीजन लेना दोबारा शुरू करते हैं, उहनूं आपां बैक ट्रैकिंग बोलते हैं। इफ अ पर्सन रीचेज अ पॉइंट वेयर अ गोल कैन नॉट बी मैच्ड, कि आपां एक ऐसे पॉइंट ते पहुंच गए ते अपना गोल मैच नहीं हो रहा, सो ही कैन कम बैक, फिर उथों की करेगा वो वापसी करेगा टू द लास्ट स्पॉट, पिछले स्पॉट दे उत्ते, वेयर द चॉइस ऑफ मैचिंग ए स्पेसिफिक फैक्ट अ रूल आर वाज फॉर्म्ड, पिछले स्टैप ते वो वापस चले जाएगा जिथे ओदी चॉइस की करदी सी स्पेसिफिक फैक्ट नाल किते मैच करदी सी। इफ दिस प्रोसैस फेल, अगर ये प्रोसैस फेल होएगा दैन उस तो बाद उस तो प्रीवियस ते फिर उस तो प्रीवियस ते फिर उस तो प्रीवियस ते इस तरीके नाल सो ऑन चलिया जाएगा जिन्ना चिर वो की नहीं करता अपने गोल नूं अचीव नहीं कर पा रहा, क्योंकि आपां डेप्थ फर्स्ट के अकॉर्डिंग चलते हैं, डेप्थ फर्स्ट के अकॉर्डिंग आप ये सोचते हैं कि नैक्सट ते होर भी वधिया होएगा, होर भी वधिया होएगा, होर भी वधिया इन्फॉर्मेशन होएगी, बट लास्ट ते अपने कोल वधिया इन्फॉर्मेशन नहीं रहिंदी, दैन आपां बैक ट्रैकिंग प्रीवियस ते जाने कि जिथे थोड़ी बहुत सैटिस्फैक्टरी आपां नूं रिजल्ट्स मिल रहे हैं ते आपां उत्थे आपां उत्थे वापस चले जाइए, दैट इज कॉल्ड बैक ट्रैकिंग। हुण जिवें अपने कोले फैक्ट है, अपने कोल फैक्ट की है कि स्पैरो टाइप है ते स्टीव नेम तो बिलोंग करता है, ये दोनों चीज़ां की है वर्ड नाल बिलोंग करनी। पेंगुइन टाइप है, नेम की है स्वीटी, पेंगुइन टाइप है, नेम की है जॉन्स। हुण आपां इत्थे क्यूरी परफॉर्म की है कि पेंगुइन जी दा नेम एक्स बिलोंग्स टू किस नेम कैटेगरी दे नाल ते पेंगुइन किस नाल टाइप नाल। हुण अपने इत्थे की है पहली नाल जे आपां मैच करिए तो पहली नाल अपना मैच नहीं कर रहा, क्योंकि अपने कोल एक्स वेरिएबल है तो आपां नाम कंपेयर नहीं कर सकते, बट आप प्रीवियस लॉजिक कंपेयर करते, प्रीवियस लॉजिक अपने कोल की है स्पैरो, बट स्पैरो इहदे नाल पेंगुइन नाल मैच नहीं कर रहा। फिर आप अगली उस ते जावांगे, इत्थे अपने कोले पेंगुइन मैच कर गया ते स्वीटी अपने उहदा नाम है, फिर आप उस तो बाद अगली उस स्टेटमेंट ते जावांगे, अगली स्टेटमेंट ते अपने कोले है पेंगुइन ते फिर हैगा जॉन्स, मतलब तिन्ना स्टेटमेंट नूं रन करन तो बाद अपने कोले एक्चुअल एक्स मैच नहीं कीता, दैन आपां इस तो बैक ट्रैकिंग शुरू करांगे। हुण बैक ट्रैकिंग दे विच की हुंदा है कि जदों आपां ऑर्डर दी गल करदे हां तां सीक्वेंशियल ऑर्डर दे विच रन हुंदा है, यानी एक्स दी वैल्यू वो होएगी जो पहला आई सी, एक्स की वैल्यू पहला की आई सी स्वीटी आई सी, आपां जॉन्स कदे भी नहीं प्रिंट करवा सकते, आपां इत्थे एनी स्टेटमेंट इहदे नाल मैच कर रही है ते सेम स्टेटमेंट इत्थे मैच कर रही है, तो फिर आपां इत्थे पिछली स्टेटमेंट ते जावांगे ते एक्स की वैल्यू किहड़ी पुट करावांगे जिहड़ी पहला इनपुट करवाई सी, एक्स की वैल्यू पहला इनपुट आपां की करवाई हुई सी स्वीटी, ते इत्थे अपना कोल की होएगा स्वीटी ही प्रिंट होएगा। जे आप इत्थे ऑप्शन
एक्स की आप जॉन्स प्रिंट कराने हैं तो दैन ये गोल अपना की होएगा फेल होएगा, क्योंकि बैक ट्रैकिंग इत्थे परफॉर्म नहीं हुई। तो जिहड़ा है प्रोलोग लैंगुएज दे विच ये इहदी बेस्ट फैक्टर है, इहदा एक करैक्टरिस्टिक्स है कि अगर तुहाडे कोले बिल्कुल एक्यूरेट रिजल्ट नहीं मिलते तो बैक ट्रैकिंग परफॉर्म होएगी होएगी। स्ट्रैंथ प्रोलोग दी की है? ਸਿੰਪਲਿਸਿਟੀ, ਬਿਲਕੁਲ ਜਿੱਦਾਂ ਜਨਰਲ ਇੰਗਲਿਸ਼ ਦੇ ਵਿੱਚ ਆਪਾਂ ਬੋਲਦੇ ਹਾਂ ਆਪਾਂ ਉਦਾਂ ਹੀ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ, ਇਸ ਕਰਕੇ ਬਹੁਤ ਸਿੰਪਲ ਲੈਂਗੁਏਜ ਹੈ। ਐਬਿਲਿਟੀ ਟੂ ਮਾਡਲ ਸਰਟਨ ਪ੍ਰੋਬਲਮਸ ਵੈਰੀ ਕੌਨਸ਼ੀਅਸਲੀ ਐਂਡ ਐਲੀਗੈਂਟਲੀ, ਕਿ ਜੋ ਸਰਟਨ ਆਪਣੀਆਂ ਰੀਅਲ ਵਰਲਡ ਦੀਆਂ ਪ੍ਰੋਬਲਮ ਹੈ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਤੇ ਬਹੁਤ ਬੈਸਟ ਮੈਥਡ ਦੇ ਨਾਲ ਇਹਨਾਂ ਨੂੰ ਮੋਡਲਾਈਜ਼ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸੋਲਵ ਕੀਤਾ ਜਾਂਦਾ ਹੈ। कैपेबिलिटी टू सॉल्विंग प्रॉब्लम दैट वाज नॉट ओरिजिनली डिजाइन टू सॉल्व, कई बार ऐसिया प्रॉब्लम जड़ियाँ आप ओरिजिनली हूँ जिमें गूगल सर्च इंजन ला लीए तो गूगल सर्च इंजन बहुत डिफिकल्ट टास्क है कि अपनी एक स्ट्रिंग के अकॉर्डिंग उन्हें इन्ना ह्यूज वैबसाइट उत्थे प्रिंट करवानी है जिन्हों के विच वो स्ट्रिंग स्टेबल प्रेजेंट हो रही है। दैन ये सब नो टफ टास्क है इन्हों मैनेज करना, तो प्रोलोग लैंगुएज उसनू हैंडल करती है। एबिलिटी टू मैनिपुलेट सिंबॉलिक डाटा, ਜਿਹੜਾ ਸਿੰਬਲ ਦੀ ਫਾਰਮ ਦੇ ਵਿੱਚ ਡਾਟਾ ਰਿਪਰੈਜ਼ੈਂਟ ਆਪਾਂ ਪ੍ਰੀਡਿਕੇਟ ਲੌਜਿਕ ਦੇ ਵਿੱਚ ਪੜਿਆ ਕਿ ਹਰ ਚੀਜ਼ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਇੱਕ ਸਿੰਬਲ ਹੁੰਦਾ, ਉਹ ਸਿੰਬੋਲਿਕ ਫਾਰਮ ਦੇ ਵਿੱਚ ਆਪਾਂ ਡਾਟਾ ਨੂੰ ਮੈਨੀਪੂਲੇਟ ਕਰਦੇ ਹਾਂ। ਵੀਕਨੈਸ ਕੀ ਹੈ? ਲੈਕ ਆਫ ਸਟਰਕਚਰ, ਪ੍ਰੋਲੋਗ ਲੈਂਗੁਏਜ ਦਾ ਲਾਈਕ ਸੀ ਲੈਂਗੁਏਜ ਦਾ ਕੋਈ ਪ੍ਰੋਪਰ ਸਟਰਕਚਰ ਨਹੀਂ ਹੈ, ਇਹਦੇ ਵਿੱਚ ਮੈਨੇਜ ਕਰਨਾ, ਕੋਡ ਨੂੰ ਯਾਦ ਰੱਖਣਾ ਤੇ ਹਰ ਇੱਕ ਪ੍ਰੀਡਿਕੇਟ ਲੌਜਿਕ ਨੂੰ ਯਾਦ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਜਿਹੜਾ ਕੱਟ ਪ੍ਰੀਡਿਕੇਟ ਹੈ ਜਿਹਦੇ ਨਾਲ ਬੈਕ ਟਰੈਕਿੰਗ ਬਾਰੀ-ਬਾਰੀ ਪਰਫਾਰਮ ਹੁੰਦੀ ਹੈ ਉਹਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਿਆਦਾ ਟਫ ਹੋ ਜਾਂਦਾ ਹੈ। ਇਨਐਫੀਸ਼ੀਐਂਸੀ ਆਫ ਪ੍ਰੋਲੋਗ ਕੋਡ ਐਫੀਸ਼ੀਐਂਟਲੀ ਰਨ ਨਹੀਂ ਹੁੰਦਾ, ਬਿਲਕੁਲ ਉਹੀ ਰਿਜ਼ਲਟ ਨਹੀਂ ਦਿੰਦਾ ਜੋ ਯੂਜ਼ਰ ਨੂੰ ਐਕਚੁਅਲ ਦੇ ਵਿੱਚ ਚਾਹੀਦੇ ਹੁੰਦੇ ਆ। ਸਮ ਫੇਕ ਉਹਦੀਆਂ ਜਿਹੜੀਆਂ ਹੈਗੀਆਂ ਰਿਜ਼ਲਟਸ ਵੀ ਪ੍ਰੋਡਿਊਸ ਹੋ ਜਾਂਦੇ ਆ ਜਦੋਂ ਆਪਾਂ ਆਪਣੀ ਮਸ਼ੀਨ ਤੋਂ ਕੁਝ ਆਊਟਪੁੱਟ ਜਨਰੇਟ ਕਰਾਉਂਦੇ ਆ। लॉजिकली इम्परफेक्टनेस, लॉजिक ਇਹਦੇ ਵਿੱਚ ਪ੍ਰੋਪਰ ਨਹੀਂ ਹੁੰਦਾ ਲਾਈਕ ਅਦਰ ਲੈਂਗੁਏਜ, ਇਸ ਕਰਕੇ ਇਸ ਲੈਂਗੁਏਜ ਨੂੰ ਅਸੈਂਬਲੀ ਲੈਂਗੁਏਜ ਨੂੰ ਬਹੁਤ ਘੱਟ ਯੂਜ਼ ਕੀਤਾ ਜਾਂਦਾ ਹੈ। Thanks for watching. If you have any query then you can text me on my WhatsApp number. Thank you so much.